ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਨਮਸਕਾਰ ਗੁਰਦੇਵ ਕਾ। ਸਤਿਨਾਮ ਜਿਸ ਮੰਤਰ ਸੁਣਾਇਆ, ਭਵ ਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹਿ ਸਮਾਇਆ। ਜਨਮ ਮਰਨ ਭਉ ਕੱਟਿਆ, ਸੰਸਾਰ ਰੋਗ ਵਿਜੋਗ ਮਿਟਾਇਆ। ਸੰਸਾਰ ਇਹੋ ਸੰਸਾਰ ਹੈ, ਸੰਸਾਰ ਇਹੋ ਸੰਸਾਰ ਹੈ। ਜਨਮ ਮਰਨ ਵਿੱਚ ਦੁੱਖ ਸਬਾਇਆ। ਜਮ ਦੰਡ ਸਿਰੋਂ ਨਾ ਉਤਰੈ, ਸਾਕਤ ਦੁਰਜਨ ਜਨਮ ਗਵਾਇਆ। ਚਰਨ ਗਏ ਗੁਰਦੇਵ ਦੇ, ਸਤ ਸ਼ਬਦ ਦੇ ਮੁਕਤ ਕਰਾਇਆ। ਭਾਉ ਭਗਤ ਗੁਰਪੁਰਬ ਕਰ, ਨਾਮ ਦਾਨ ਇਸਨਾਨ ਦਿਰੜਾਇਆ। ਜਿਹਾ ਬੀਓ ਤਿਹਾ ਫਲ ਪਾਇਆ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸੁਨ ਪ੍ਰੇਮ ਉਮਾਹੜਾ, ਕਿਉ ਮਿਲੀਐ ਹਰ ਜਾਇ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੈ ਮਾਇ। ਸੰਤ ਸਹਾਈ ਪ੍ਰੇਮ ਕੇ, ਹਾਂ ਤਿਨ ਕੈ ਲਾਗਾ ਪਾਇ। ਵੇਣ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਇ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਗਾਇ। ਆਪ ਤਿਆਗ ਬਿਨਤੀ ਕਰਹਿ, ਲੇਹੁ ਪ੍ਰਭੂ ਲੜ ਲਾਇ। ਜੋ ਹਰ ਕੰਤ ਮਿਲਾਈਆ, ਸੇ ਵਿਛੁੜ ਕਤਹਿ ਨਾ ਜਾਇ। ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰਿ ਸਰਣਾਇ। ਅਸੂ ਸੁਖੀ ਵਸੰਦੀਆ, ਜਿਨਾ ਮਇਆ ਹਰ ਰਾਏ। ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰਿ ਸਰਣਾਇ। ਅਸੂ ਸੁਖੀ ਵਸੰਦੀਆ, ਜਿਨਾ ਮਇਆ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ, ਗੁਰੂ ਕਾ ਖਾਸ ਸਰੂਪ
ਸਾਧ ਸੰਗਤ ਜੀ, ਦਾਤਾਰ ਪਿਤਾ ਦੀ ਰਹਿਮਤ ਸਦਕਾ ਮਹਾਰਾਜ ਜੀਆਂ ਦੇ ਚਰਨਾਂ ਅੰਦਰ ਸੁੰਦਰ ਦੀਵਾਨ ਸਜੇ ਹਨ। ਸਜੇ ਦੀਵਾਨਾਂ ਵਿੱਚ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦੇ ਜਾਪ, ਵਿਸ਼ੇਸ਼ ਸੰਗਰਾਂਦ ਨੂੰ ਮੁੱਖ ਰੱਖਦਿਆਂ ਹੋਇਆਂ 12 ਮਾਹ ਬਾਣੀ ਦੇ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਆਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਅੱਜ ਨਵੇਂ ਮਹੀਨੇ ਦੀ ਆਰੰਭਤਾ ਜੋ ਹੋਣ ਜਾ ਰਹੀ ਹੈ, ਉਸ ਨਵੇਂ ਮਹੀਨੇ ਪ੍ਰਥਾਏ ਜੋ ਗਰੀਬ ਨਵਾਜ ਜੀਆਂ ਨੇ ਵਿਚਾਰ ਬਖਸ਼ੇ ਨੇ, ਉਹਨਾਂ ਵਿਚਾਰਾਂ ਨੂੰ ਸਰਵਣ ਕਰਨ ਦਾ ਯਤਨ ਕਰੀਏ। ਸ਼ਰਧਾ ਭਾਵਨਾ ਸਹਿਤ ਗਰੀਬ ਨਵਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਝੁਕਾਓ ਸੀਸ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਅੰਦਰ 2 ਵਾਰ 12 ਮਾਹ ਦਾ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਆਉਂਦਾ ਹੈ। 1 ਵਾਰ 12 ਮਾਹ ਦਾ ਪਾਠ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਹੈ। 12 ਮਾਹ ਦਾ ਅਰਥ ਹੁੰਦਾ ਹੈ 12 ਮਹੀਨੇ। 12 ਮਹੀਨਿਆਂ ਦਾ ਗੁਰੂ ਸਾਹਿਬ ਨੇ ਉਪਦੇਸ਼ ਸਾਨੂੰ ਦਿੱਤਾ ਹੈ। ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਇਹ ਪਾਵਨ ਪਵਿੱਤਰ ਬਾਣੀ 12 ਮਾਹ ਆਪਾਂ ਉਹਦੇ ਚੋਂ ਅੱਸੋਂ ਮਹੀਨੇ ਦੀ ਜੋ ਸੰਗਰਾਂਦ ਅੱਜ ਚੜ੍ਹੀ ਹੈ ਉਹਦੇ ਪ੍ਰਥਾਏ ਵਿਚਾਰ ਕਰਾਂਗੇ। ਅੱਜ ਅੱਸੋਂ ਮਹੀਨਾ ਚੜ੍ਹਿਆ ਹੈ। ਸਾਧ ਸੰਗਤ ਜੀ, ਸਤਿਗੁਰੂ ਗੁਰੂ ਗਰੀਬ ਨਵਾਜ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਕੇ ਬਾਗ ਵਾਲਾ ਸਥਾਨ ਜਿਹੜਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ, ਜਿੱਥੇ ਸ਼੍ਰੀਮਾਨ ਸੰਤ ਬਾਬਾ ਕਸ਼ਮੀਰ ਸਿੰਘ ਜੀ, ਸੰਤ ਬਾਬਾ ਸੁਖਵਿੰਦਰ ਸਿੰਘ ਜੀ ਮਹਾਂਪੁਰਸ਼ਾਂ ਨੇ ਹੁਣ ਨਵੇਂ ਬਾਗ ਲਵਾਏ ਨੇ, ਬੜੇ ਸੋਹਣਾ ਪਾਰਕ ਬਣਾਇਆ ਹੈ। ਸਾਧ ਸੰਗਤ ਜੀ, ਉਸ ਪਾਵਨ ਅਸਥਾਨ ਤੇ ਉੱਥੇ ਗੁਰੂ ਕਾ ਬਾਗ ਪਹਿਲੇ ਦਿਨਾਂ ਤੋਂ ਹੀ ਹੈ। ਇਹ ਨਹੀਂ ਕਿ ਹੁਣ ਪਾਰਕ ਬਣੀ ਹੈ, ਬਸ ਨਵੀਨ ਤੇ ਨਵੀਂ ਢੰਗ ਦੀ ਬੜੀ ਸੁਨੱਖੀ ਪਾਰਕ ਮਹਾਂਪੁਰਖਾਂ ਨੇ ਬਣਾਈ ਹੈ। ਉਸ ਪਾਰਕ ਦਾ ਇਤਿਹਾਸ ਪਾਰਕੀ ਹੈ। ਗੁਰੂ ਉੱਥੇ ਉਹਨੂੰ ਗੁਰੂ ਕਾ ਬਾਗ ਕਿਹਾ ਜਾਂਦਾ ਹੈ ਅੱਜ ਵੀ। ਉੱਥੇ ਗੁਰੂ ਅਰਜਨ ਦੇਵ ਮਹਾਰਾਜ ਬੈਠੇ ਸਨ। ਜਿੱਥੇ ਅੱਜ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਹੈ ਨਾ, ਇਹ ਵੀ ਗੁਰੂ ਕਾ ਬਾਗ ਹੀ ਸੀ। ਬਾਅਦ ਚ ਇੱਥੇ ਸਮੇਂ ਦੀ ਲੋੜ ਮੁਤਾਬਕ ਇੱਥੇ ਦੀਵਾਨ ਹਾਲ ਬਣਿਆ ਹੈ। ਤੋ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਰੋਜ਼ ਬਿਰਾਜਦੇ ਤੇ ਕਥਾ ਕਰਦੇ ਸਨ ਗੁਰੂ ਕੇ ਬਾਗ ਚ ਹੀ। ਉੱਥੇ ਛੋਟਾ ਜਿਹਾ ਇੱਕ ਥੜਾ ਸਾਹਿਬ ਸਥਾਨ ਬਣਿਆ, ਆਪ ਸੰਗਤ ਕਿਤੇ ਜਾਓ ਤੇ ਦਰਸ਼ਨ ਕਰਨਾ। ਉੱਥੇ ਮਹਾਰਾਜ ਬਿਰਾਜਮਾਨ ਸਨ। ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਹਰ ਮਹੀਨੇ ਪੰਡਤ ਨੂੰ ਮਹੀਨਾ ਸੁਣਨ ਵਾਸਤੇ ਬੁਲਾਇਆ ਜਾਂਦਾ ਹੈ ਤੇ ਪੰਡਤ ਨੱਕ ਮੂੰਹ ਵੱਟਦਾ ਹੈ। ਪੰਡਤ ਪਹਿਲਾਂ ਇੱਕ ਆਇਆ ਸੀ, ਤਰਲੇ ਮਾਰਦਾ ਸੀ, ਮਹਾਰਾਜ ਮੈਂ ਵਿਦਵਾਨ ਆ, ਮੈਨੂੰ ਕੋਈ ਰੱਖਦਾ ਨਹੀਂ, ਆਪ ਰੱਖ ਲਓ। ਤੇ ਗਰੀਬ ਨਵਾਜ ਨੇ ਰੱਖ ਲਿਆ। ਪੈਸੇ 4 ਆ ਗਏ ਗੁਰੂ ਘਰ ਦਾ ਧਨ ਲੈ ਕੇ। ਜਿਵੇਂ ਅੱਜ ਕੱਲ ਸਾਡੇ ਕਥਾਵਾਚਕਾਂ ਦੀ ਮੱਤ ਪੁੱਠੀ ਹੋ ਜਾਂਦੀ ਨਾ, 4 ਪੈਸੇ ਆਉਣ ਨਾਲ ਢਾਡੀਆਂ ਦੀ, ਰਾਗੀਆਂ ਦੀ 1.5 ਲੱਖ ਮੰਗੀ ਜਾਂਦੇ ਆ। ਫਿਰ ਉੱਤੋਂ ਕਹਿੰਦੇ ਸਾਡਾ ਸਤਿਕਾਰ ਨਹੀਂ ਕੋਈ ਕਰਦਾ। ਤੋ ਨਚਾਰਾਂ ਵਾਲੀ ਹਾਲਾਤ ਤੇ ਆਪਣੀ ਹੈ। ਗੁਰਬਾਣੀ ਵੇਚੀ ਨਹੀਂ ਜਾ ਸਕਦੀ। ਗੁਰਬਾਣੀ ਦਾ ਪ੍ਰਚਾਰ ਭਗਤੀ ਪ੍ਰੇਮ ਨਾਲ, ਅਦਬ ਸਤਿਕਾਰ ਨਾਲ ਹੁੰਦਾ। ਤੋ ਸਾਧ ਸੰਗਤ ਜੀ, ਏਦਾਂ ਹੀ ਉਹ ਪੰਡਤ ਦੀ ਮੱਤ ਫਿਰ ਗਈ ਤੇ ਉਹ ਕਥਾ ਕਰਨ ਆਇਆ। ਸਿੱਖਾਂ ਨੇ ਬੇਨਤੀ ਕੀਤੀ, ਹੇ ਗੁਰੂ ਗਰੀਬ ਨਵਾਜ ਗੁਰੂ ਅਰਜਨ ਦੇਵ ਮਹਾਰਾਜ, ਕਿੰਨਾ ਕੁ ਚਿਰ ਤਰਲੇ ਕੱਢਾਂਗੇ, ਕੋਈ ਕਿਰਪਾ ਕਰ ਦਿਓ, ਸੌਖਾ ਜਿਹਾ ਰਸਤਾ ਦੱਸ ਦਿਓ ਵੀ ਮਹੀਨੇ ਬਾਅਦ
ਮਹੀਨੇ ਦਾ ਉਪਦੇਸ਼ ਤੇ ਸੰਗਰਾਂਦ ਦੀ ਕਥਾ ਤੇ ਸੁਣ ਲਿਆ ਕਰੀਏ, ਆਪ ਹੀ ਕਿਸੇ ਤਰੀਕੇ ਪਤਾ ਲੱਗ ਜਾਏ। ਤੇ ਮਹਾਰਾਜ ਕਹਿਣ ਲੱਗੇ ਵੀ ਗੁਰੂ ਨਾਨਕ ਸਾਹਿਬ ਨੇ 12 ਮਾਹ ਬਾਣੀ ਉਚਾਰੀ ਹੈ ਤਲੰਗ ਰਾਗ ਚ। ਕਹਿੰਦੇ ਮਹਾਰਾਜ ਉੱਤੇ ਅਰਥ ਨਹੀਂ ਸਮਝ ਆਉਂਦੇ, ਬੜੀ ਮਹਿੰਗੀ ਹੈ, ਤੇ ਗੁਰੂ ਗਰੀਬ ਨਵਾਜ ਕੋਈ ਕਿਰਪਾ ਕਰੋ। ਫਿਰ ਸੰਗਤ ਦਾ ਹੁਕਮ ਮੰਨ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇਹ ਜਿਹੜਾ 12 ਮਾਹ ਪਾਠ ਮਾਝ ਰਾਗ ਦੇ ਵਿੱਚ ਉਚਾਰਨ ਕੀਤਾ ਹੈ। ਸਾਧ ਸੰਗਤ ਜੀ, ਅੱਜ ਅੱਸੂ ਦਾ ਮਹੀਨਾ ਚੜਿਆ ਹੈ, ਆਓ 12 ਮਹੀਨਿਆਂ ਦਾ ਇਕੱਠਾ ਹੀ ਉਪਦੇਸ਼ ਗਰੀਬ ਨਵਾਜ ਨੇ ਲਿਖਿਆ। ਮਹੀਨੇ ਬਾਅਦ ਇਹਨੂੰ ਗੁਰੂ ਕੇ ਸਿੱਖ ਸੰਗਰਾਂਦ ਵਾਲੇ ਦਿਨ ਵਿਚਾਰਦੇ ਨੇ। ਕਈ ਕਹਿੰਦੇ ਸੰਗਰਾਂਦ ਨਹੀਂ ਹੁੰਦੀ। ਸੰਗਰਾਂਦ ਕਿਉਂ ਨਹੀਂ ਹੁੰਦੀ ਭਾਈ? ਇਹ ਗੁਰੂ ਘਰ ਚ ਕੋਈ ਮਰਿਆਦਾ ਨਹੀਂ। ਜੇ ਗੁਰੂ ਘਰ ਚ ਮਰਿਆਦਾ ਨਹੀਂ ਤੇ ਫਿਰ ਮਹਾਰਾਜ ਨੇ ਤਿੰਨ ਬਾਣੀਆਂ ਕਿਉਂ ਉਚਾਰੀਆਂ ਭਾਈ? ਜਦੋਂ ਨਵੇਂ ਮਹੀਨੇ ਦੀ ਆਰੰਭਤਾ ਹੁੰਦੀ ਹੈ, ਕੋਈ ਨਵਾਂ ਘਰ ਬਣਾਉਣਾ ਹੋਵੇ, ਨਵੀਂ ਗੱਡੀ ਲੈਣੀ ਹੋਵੇ, ਨਵਾਂ ਕੋਈ ਕੰਮ ਹੋਵੇ, ਰੱਬ ਨੂੰ ਚੇਤੇ ਨਹੀਂ ਕਰਦੇ? ਅੱਜ ਨਵਾਂ ਮਹੀਨਾ ਚੜਿਆ ਹੈ ਤੇ ਅੱਜ ਗੁਰੂ ਨੂੰ ਚੇਤੇ ਨਾ ਕਰੀਏ? ਸਿੱਖ ਦਾ ਤੇ ਹਰ ਸਾਹ ਗੁਰੂ ਨੂੰ ਚੇਤੇ ਕਰਦਿਆਂ ਲੰਘਣਾ ਚਾਹੀਦਾ ਹੈ, ਤੇ ਮਹੀਨੇ ਦੀ ਆਰੰਭਤਾ ਹੋਣ ਲੱਗੀ ਹੈ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਤਰਕਵਾਦੀਆਂ ਚ ਨਹੀਂ ਫਸਣਾ। ਸੰਗਰਾਂਦ ਤੇ ਵਿਸ਼ੇਸ਼ ਉਪਦੇਸ਼ ਬਖਸ਼ੇ ਨੇ ਮਹਾਰਾਜ ਨੇ। ਤੋ ਆਓ ਸੰਗਰਾਂਦ ਤੇ ਅੱਸੂ ਮਹੀਨੇ ਦਾ ਜੋ ਉਪਦੇਸ਼ ਗਰੀਬ ਨਵਾਜ ਜੀ ਨੇ ਬਖਸ਼ਿਆ ਹੈ, ਭਾਵਨਾ ਸਹਿਤ, ਸ਼ਰਧਾ ਸਹਿਤ, ਸਤਿਕਾਰ ਸਹਿਤ ਸਰਵਣ ਕਰਨ ਦਾ ਯਤਨ ਕਰੀਏ। ਪ੍ਰੇਮ ਸਹਿਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸੁਨ ਪ੍ਰੇਮ ਉਮਾਹੜਾ ਕਿਉ ਮਿਲਿਆ ਹਰ ਜਾਏ। ਗਰੀਬ ਨਵਾਜ ਜੀ ਬਖਸ਼ਿਸ਼ ਕਰਦੇ, ਕਹਿੰਦੇ ਅੱਸੂ ਦੇ ਮਹੀਨੇ ਦੇ ਵਿੱਚ ਅੱਸੂ ਦੇ ਮਹੀਨੇ ਵਿੱਚ ਪ੍ਰੇਮ ਦਾ ਉਮਾਹ ਸ਼ੁਰੂ ਹੋ ਜਾਂਦਾ ਹੈ। ਉਮਾਹੜਾ ਅੰਦਰੋਂ ਜਿਨ੍ਹਾਂ ਇਸਤਰੀਆਂ ਦਾ ਪਤੀ ਨਾਲੋਂ ਵਿਛੋੜਾ ਪਿਆ ਹੈ, ਉਹਨਾਂ ਦੇ ਅੰਦਰ, ਜਿਵੇਂ ਸਾਧ ਸੰਗਤ ਜੀ ਹੁਣ ਇਹ ਜਿਹੜਾ ਮਹੀਨਾ ਹੈ ਨਾ ਅੱਸੂ ਦਾ ਮਹੀਨਾ, ਇਸ ਮਹੀਨੇ ਦੇ ਵਿੱਚ ਨਵੇਂ ਪੌਦੇ ਵੀ ਉਗਣਗੇ ਕੁਦਰਤੀ। ਤੋ ਇਸੇ ਤਰ੍ਹਾਂ ਇਹ ਪੈਦਾਇਸ਼ ਦਾ ਮਹੀਨਾ ਹੈ, ਇਹਦੇ ਸਾਰੇ ਮਹੀਨੇ ਦੇ ਵਿੱਚ ਇਹ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਨਵੀਆਂ ਚੀਜ਼ਾਂ ਉਗਣ ਦੀ। ਤੋ ਸਾਧ ਸੰਗਤ ਜੀ, ਐਵੇਂ ਪ੍ਰੇਮ ਵੀ ਇਸ ਮਹੀਨੇ 'ਚ ਜ਼ਿਆਦਾ ਪੈਦਾ ਹੁੰਦਾ ਹੈ। ਤੋ ਮਹਾਰਾਜ ਕਹਿੰਦੇ ਅੱਸੂ ਦੇ ਮਹੀਨੇ ਦੇ ਵਿੱਚ ਉਹਨਾਂ ਜੀਵ ਰੂਪ ਇਸਤਰੀਆਂ ਦਾ, ਜਿਹੜੇ ਜੀਵ ਇਸਤਰੀਆਂ ਅਸੀਂ ਸਾਧ ਸੰਗਤ ਜੀ ਜਿੰਨੇ ਵੀ ਸਰੀਰ ਆ, ਭਾਵੇਂ ਬੰਦਾ ਹੈ ਤੇ ਭਾਵੇਂ ਔਰਤ ਹੈ, ਅਸੀਂ ਰੱਬ ਦੀਆਂ ਪਤਨੀਆਂ ਹਾਂ। ਸਭੇ ਕੰਤ ਮਹੇਲੀਆ, ਅਸੀਂ ਸਾਰੇ ਜੀਵ ਉਹ ਪ੍ਰਮਾਤਮਾ ਦੀਆਂ ਔਰਤਾਂ ਹਾਂ, ਪ੍ਰਮਾਤਮਾ ਹੀ ਇੱਕ ਪਤੀ ਹੈ। ਤੋ ਮਹਾਰਾਜ ਕਹਿੰਦੇ ਜਿਹੜੀਆਂ ਜੀਵ ਰੂਪ ਇਸਤਰੀਆਂ ਨੂੰ ਪ੍ਰਮਾਤਮਾ ਨਾਲ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ। ਸਾਧ ਸੰਗਤ ਜੀ, ਕਿਸੇ ਨੂੰ ਕਿਸੇ ਚੀਜ਼ ਨਾਲ ਮਿਲਣ ਦੀ ਤਾਂਘ ਹੈ, ਕਿਸੇ ਨੂੰ ਕਿਸੇ ਚੀਜ਼ ਨਾਲ ਮਿਲਣ ਦੀ ਤਾਂਘ ਹੈ, ਪਰ ਜਿਨ੍ਹਾਂ ਦੇ ਅੰਦਰ ਗੁਰੂ ਨੂੰ, ਅਕਾਲ ਪੁਰਖ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ, ਅੱਸੂ ਦੇ ਪ੍ਰੇਮ ਮਹੀਨੇ 'ਚ ਉਹਨਾਂ ਦੇ ਅੰਦਰ ਪ੍ਰੇਮ, ਪਿਆਰ, ਪ੍ਰਮਾਤਮਾ ਦੀ ਭਗਤੀ, ਉਮਾਹੜਾ, ਜਿਵੇਂ ਇੱਕ ਨਦੀ ਚੜ੍ਹ ਕੇ ਆਉਂਦੀ ਹੈ, ਦਰਿਆ ਚੜ੍ਹ ਕੇ ਆਉਂਦਾ ਹੈ, ਐਵੇਂ ਉਹਨਾਂ ਦੇ ਅੰਦਰ ਪ੍ਰੇਮ ਦਾ ਉਮਾਹ ਚੜ੍ਹਦਾ ਹੈ ਵੀ ਸਾਡਾ ਹੁਣ ਪ੍ਰਮਾਤਮਾ ਨਾਲ ਮੇਲ ਕਿਵੇਂ ਹੋਵੇ। ਕਿਉਂ ਮਿਲਿਆ ਹਰ ਜਾਏ, ਕਿਵੇਂ ਪ੍ਰਮਾਤਮਾ ਨਾਲ ਮੇਲ ਹੋਵੇ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਕਿਉਂ ਭਾਈ, ਜੀਵ ਦੇ ਅੰਦਰ, ਉਹ ਜੀਵ ਰੂਪ ਇਸਤਰੀਆਂ ਦੇ ਅੰਦਰ, ਮਨ ਦੇ ਅੰਦਰ, ਤਨ ਦੇ ਅੰਦਰ, ਮਨ ਕਹੀਏ ਮਨ ਜਿਹਨੂੰ ਆਪਾਂ ਅੰਦਰ ਦੇਖ ਨਹੀਂ ਪਾਉਂਦੇ, ਤਨ ਕਹੀਏ ਸਰੀਰ ਜਿਹੜਾ ਦਿਖਦਾ ਹੈ, ਇਹਨਾਂ ਦੋਵਾਂ ਥਾਵਾਂ ਦੇ ਅੰਦਰ ਪਿਆਸ ਲੱਗ ਜਾਂਦੀ ਹੈ। ਕਈ ਵਾਰੀ ਸਾਨੂੰ ਕਈਆਂ ਚੀਜ਼ਾਂ ਦੀ ਤਨ ਨੂੰ ਪਿਆਸ ਲੱਗਦੀ ਹੈ, ਤਨ ਨੂੰ ਤੋੜ ਲੱਗਦੀ ਹੈ। ਜਿਵੇਂ ਘੰਟਾ ਕੁ ਸਵੇਰੇ ਕਈਆਂ ਨੂੰ ਚਾਹ ਨਹੀਂ ਮਿਲਦੀ, ਚਾਹ ਦੇ ਜਿਹੜੇ
ਵਣਜਾਰੇ ਆ ਤੇ ਉਹਨਾਂ ਨੂੰ ਚਾਹ ਦੀ ਤੋੜ ਲੱਗਦੀ ਆ, ਫਿਰ ਭੱਜਦੇ ਨੇ ਚਾਹ ਲੱਭਣ। ਤੇ ਨਸ਼ੇ ਵਾਲਾ ਨਸ਼ੇ ਨੂੰ, ਸਰੀਰ ਦੀ ਤੋੜ ਹੈ ਇੱਕ ਮਨ ਦੀ ਤੋੜ ਹੈ। ਪਰ ਜਿਹਦੀ ਮਨ ਤੇ ਸਰੀਰ ਦੀ ਤੋੜ ਪਿਆਸ ਬਰਾਬਰ ਹੋਵੇ, ਮਨ 'ਚ ਵੀ ਹੋਵੇ ਤਨ 'ਚ ਵੀ ਹੋਵੇ, ਤਾਂ ਸਾਧ ਸੰਗਤ ਜੀ ਤਾਂ ਬਰਾਬਰ। ਨਹੀਂ ਤੇ ਬੰਦਾ ਜਿਹੜਾ ਨਾ ਇਕੱਲੇ ਸਰੀਰ ਦੀ ਤੋੜ ਜਿਹੜੀ ਹੈ ਉਹ ਇੰਨਾ ਨੁਕਸਾਨ ਕਰਦੀ ਹੈ, ਬੰਦਾ ਡਿਸਟਰਬ ਹੋ ਜਾਂਦਾ ਹੈ, ਬੰਦਾ ਮਾਨਸਿਕ ਸੰਤੁਲਨ ਵਿਗਾੜ ਬਹਿੰਦਾ ਹੈ। ਤੋ ਇਸੇ ਤਰ੍ਹਾਂ ਪ੍ਰਮਾਤਮਾ ਨਾਲ ਇਕੱਲੀ ਸਰੀਰ ਦੀ ਮਿਲਣ ਦੀ ਤਾਂਘ ਨਹੀਂ ਰੱਖਣੀ, ਮਨ ਦੀ ਵੀ ਮਿਲਣ ਦੀ ਤਾਂਘ ਰੱਖਣੀ। ਇਹ ਨਾ ਹੋਵੇ ਵੀ ਗੁਰਦੁਆਰੇ ਮੱਥਾ ਟੇਕੀਏ ਤੇ ਮਨ ਜਿਹੜਾ ਹੈ ਘਰੇ, ਉਹ ਜਿਵੇਂ ਕਾਜੀ ਦੀ ਘੋੜੀ ਸੂਈ ਸੀ ਵਿਛੇਰੀ ਨਾ ਕਿਤੇ ਖੂਹੀ 'ਚ ਡਿੱਗ ਪਏ। ਗੁਰੂ ਨਾਨਕ ਸਾਹਿਬ ਦੀ ਬਾਣੀ ਆਉਂਦੀ ਹੈ ਨਾ, ਇਤਿਹਾਸ 'ਚ ਬਚਨ ਆਉਂਦੇ ਆ। ਉਹ ਸਾਧ ਸੰਗਤ ਜੀ, ਜੇ ਗੁਰੂ ਨੂੰ ਧਿਆਉਣਾ ਹੈ ਕੱਲਾ ਸਰੀਰ ਕਰਕੇ ਨਹੀਂ, ਮਨ ਕਰਕੇ ਵੀ ਗੁਰਦੁਆਰੇ ਆਉਣਾ, ਤਨ ਕਰਕੇ ਮਨ ਕਰਕੇ ਵੀ ਆਉਣਾ। ਤੋ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੀਆਂ ਜੀਵ ਰੂਪ ਇਸਤਰੀਆਂ ਨੇ ਉਹਨਾਂ ਦੇ ਅੰਦਰ ਮਾਨ, ਤਾਨ, ਪਿਆਸ, ਦਰਸ਼ਨ ਘਣੀ ਦਾ ਮਤਲਬ ਬਹੁਤ ਜ਼ਿਆਦਾ। ਮਹਾਰਾਜ ਕਹਿੰਦੇ ਜੀਵ ਰੂਪ ਇਸਤਰੀਆਂ ਦੇ ਅੰਦਰ ਬਾਹਰ ਸਾਰੇ ਪ੍ਰਮਾਤਮਾ ਨੂੰ ਮਿਲਣ ਦੀ ਬਹੁਤ ਜ਼ਿਆਦੀ ਘਣੀ ਪਿਆਸ ਲੱਗ ਜਾਂਦੀ ਹੈ। ਕਿ ਕੋਈ ਆਣ ਮਿਲਾਵੇ ਮਾਏ, ਕੋਈ ਆਣ ਕੇ, ਕੋਈ ਗੁਰੂ ਕਾ ਸੰਤ, ਕੋਈ ਗੁਰਮੁਖ ਪਿਆਰਾ ਉਸ ਪ੍ਰਮਾਤਮਾ ਨਾਲ ਮੇਲ ਦੇਵੇ। ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾ ਪਾਏ। ਜੋ ਸੰਤ ਜਨ ਗੁਰਮੁਖ ਜਨ ਨੇ, ਜਿਹੜੇ ਸਹਾਇਕ ਨੇ ਪ੍ਰੇਮ ਦੇ, ਮਹਾਰਾਜ ਕਹਿੰਦੇ ਉਹਨਾਂ ਦੇ ਪੈਰੀਂ ਲੱਗ ਜਾਵਾਂ, ਐਸੀ ਕਿਰਪਾ ਕਰ ਦਿਓ ਗਰੀਬ ਨਵਾਜ, ਐਸੀ ਰਹਿਮਤ ਕਰ ਦਿਓ। ਹਉ ਤਿਨ ਕੈ ਲਾਗਾ ਪਾਏ, ਮੈਂ ਉਹਨਾਂ ਦੇ ਚਰਨੀ ਢਹਿ ਪਵਾਂ। ਜਿਹੜੇ ਸਹਾਇਤਾ ਕਰਨ ਕਿਤੇ ਨਾਲ, ਪ੍ਰਮਾਤਮਾ ਦੇ ਮੇਲ ਦੇ ਨਾਲ। ਸਾਧ ਸੰਗਤ ਜੀ, ਗੁਰਮੁਖਾਂ ਦੀ ਸੰਗਤ ਸਾਨੂੰ ਬਹੁਤ ਜ਼ਰੂਰੀ ਹੈ। ਕਈ ਕਹਿੰਦੇ ਜੀ ਜੇ ਪ੍ਰਮਾਤਮਾ ਦਾ ਨਾਮ ਜਪਣ ਦੀ ਲੋੜ ਹੈ, ਨਾਮ ਜਪਣ ਲੱਗ ਪਿਆ ਠੀਕ ਹੈ। ਨਹੀਂ ਸਾਧ ਸੰਗਤ ਜੀ, ਸੰਗਤ ਬਹੁਤ ਜ਼ਰੂਰੀ ਹੈ। ਜਿਵੇਂ ਨਦੀ ਦੇ ਕਿਨਾਰੇ ਤੇ ਰੁੱਖ ਜਿਹੜਾ ਹੋਵੇ, ਉਹਨੂੰ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ, ਉਹਦੀਆਂ ਜੜ੍ਹਾਂ ਨਦੀ ਚੋਂ, ਨਹਿਰ ਦੇ ਵਿੱਚੋਂ ਆਪ ਹੀ ਪਾਣੀ ਖਿੱਚ ਲੈਂਦੀਆਂ ਨੇ, ਪਰ ਉਹਨੂੰ ਮੀਂਹ ਦੀ ਜ਼ਰੂਰਤ ਜ਼ਰੂਰ ਪੈਂਦੀ ਹੈ। ਜੇ ਉਸ ਤੇ ਮੀਂਹ ਨਾ ਪਵੇ, ਬਰਸਾਤ ਨਾ ਪਵੇ, ਉਹਦੇ ਉੱਪਰ ਜਾਲਾ, ਮਿੱਟੀ, ਘੱਟਾ, ਬੁਰੇ ਹਾਲਾਤ ਹੋ ਜਾਂਦੇ, ਰੁੱਖ ਵਧਣੋਂ ਰੁਕ ਜਾਂਦਾ ਹੈ। ਪਰ ਜਦੋਂ ਮੀਂਹ ਪੈਂਦਾ ਹੈ ਤੇ ਉਹੀ ਰੁੱਖ ਖਿੜ ਉੱਠਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਜਿਹੜਾ ਨਾਮ ਜਪਦਾ ਹੈ, ਬਾਣੀ ਪੜ੍ਹਦਾ ਹੈ, ਉਹਨੂੰ ਉਪਦੇਸ਼ ਰੂਪੀ ਪਾਣੀ ਦੀ ਜ਼ਰੂਰਤ ਤਾਂ ਨਹੀਂ ਹੈ, ਪਰ ਸਤ ਸੰਗਤ ਕਰਨ ਰੂਪੀ ਵਰਖਾ ਦੀ ਜ਼ਰੂਰਤ ਹੈ। ਜਿਵੇਂ ਹੁਣ ਸੰਗਤ ਬੈਠੇ ਹੋ ਨਾ, ਇਹ ਸਤ ਸੰਗਤ ਇੰਨੀ ਜ਼ਿਆਦੀ ਜ਼ਰੂਰੀ ਹੈ ਜਿੰਨਾ ਪ੍ਰਸ਼ਾਦਾ ਛਕਣਾ। ਜਿਵੇਂ ਪ੍ਰਸ਼ਾਦੇ ਤੋਂ ਬਿਨਾਂ ਜਿਉਂਦੇ ਨਹੀਂ ਨਾ ਰਹਿ ਸਕਦੇ, ਐਵੇਂ ਨਾਮ ਜਿੰਨਾ ਕਮਰੇ 'ਚ ਬਹਿ ਕੇ ਮਰਜ਼ੀ ਜਪ ਲਈਏ, ਪਰਮਾਤਮਾ ਦੀ ਪ੍ਰਾਪਤੀ 1 ਘੰਟਾ 2 ਘੰਟੇ ਸਤ ਸੰਗਤ ਕਰਨ ਤੋਂ ਬਿਨਾਂ ਨਹੀਂ ਹੁੰਦੀ। ਬ੍ਰਹਮ ਗਿਆਨੀ ਸਾਧੂ ਵੀ ਰੋਜ਼ ਸੰਗਤ ਕਰਦੇ, ਜਿਨ੍ਹਾਂ ਨੇ ਅੱਜ ਤੱਕ ਬ੍ਰਹਮ ਗਿਆਨ ਕੀਤਾ। ਨਵੇਂ ਜਿਹੜੇ ਬ੍ਰਹਮ ਗਿਆਨੀ ਬਣ ਰਹੇ ਨਾ ਹੁਣ, ਉਹਨਾਂ ਦੀ ਗੱਲ ਨਹੀਂ, ਜਿਹੜੇ ਪੂਰਨ ਬ੍ਰਹਮ ਗਿਆਨੀ ਨੇ। ਨਵੇਂ ਬ੍ਰਹਮ ਗਿਆਨੀਆਂ ਨੂੰ ਤੇ 15 ਕੁ ਦਿਨਾਂ 'ਚ ਬ੍ਰਹਮ ਗਿਆਨ ਵੀ ਇੱਕ ਹੈਗਾ, ਉਹ ਵੀ ਬ੍ਰਹਮ ਗਿਆਨ ਦਿੰਦੇ, ਉੱਥੇ ਥੋੜੇ ਦਿਨਾਂ 'ਚ ਬ੍ਰਹਮ ਗਿਆਨ ਦੇ ਦਿੰਦੇ, ਸਰਟੀਫਿਕੇਟ ਵੀ ਦਿੰਦੇ ਬ੍ਰਹਮ ਗਿਆਨ ਦਾ। ਐਸਾ ਬ੍ਰਹਮ ਗਿਆਨ ਨਹੀਂ। ਸਤ ਸੰਗਤ ਬਹੁਤ ਜ਼ਰੂਰੀ ਹੈ। ਜੇ ਪ੍ਰਮਾਤਮਾ ਨਾਲ ਮਿਲਾਪ ਪ੍ਰੇਮ ਦੀ ਤਾਂਘ ਵਧਾਉਣੀ ਹੈ, ਵਾਹਿਗੁਰੂ ਦੇ ਨਾਲ ਇਬਾਦਤ ਦੀ, ਤਾਂ ਸਾਧ ਸੰਗਤ ਦੀ ਇਹ ਖੇਡ ਪਾਉਣੀ ਪਵੇਗੀ ਸਤ ਸੰਗਤ ਵਾਲੀ। ਗਰੀਬ ਨਵਾਜ ਕਹਿੰਦੇ ਨੇ, ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾ ਪਾਏ। ਜਿਹੜੇ ਸੰਤ ਜਾਣੇ ਉਹ ਸਹਾਇਤਾ ਕਰਦੇ ਨੇ ਵਾਹਿਗੁਰੂ ਨਾਲ ਪ੍ਰੇਮ ਵਧਾਉਣ ਵਿੱਚ। ਸਾਨੂੰ ਉਹਨਾਂ ਦੇ ਚਰਨੀ ਲੱਗਣਾ ਚਾਹੀਦਾ ਹੈ, ਗੁਰਮੁਖਾਂ ਦੇ ਚਰਨੀ ਲੱਗ ਕੇ ਉਹਨਾਂ ਕੋਲੋਂ ਗੱਲਬਾਤ ਪੁੱਛਣੀ ਚਾਹੀਦੀ ਹੈ ਵੀ ਤੁਹਾਡਾ ਮੇਲ ਹੋਇਆ ਕਿਵੇਂ। ਪੁੱਛੀਏ ਤੇ ਸਹੀ, ਤੁਸੀਂ ਪ੍ਰਮਾਤਮਾ ਦੇ ਕਿਵੇਂ ਹੋਏ। ਉਹਨਾਂ ਦੀ ਸੰਗਤ ਕਰਕੇ, ਉਹਨਾਂ ਦੇ ਗੱਲਾਂ ਸੁਣ ਕੇ ਫੇਰ ਹੀ ਪ੍ਰਮਾਤਮਾ ਨਾਲ। ਜੇ ਹੁਣ ਉਸਤਾਦ ਹੀ ਨਾ ਹੋਵੇ ਕਿਸੇ ਦਾ ਤੇ ਕਾਰੀਗਰ ਕਰਨ ਲੱਗ ਪਏ, YouTube ਤੋਂ ਵੀਡੀਓ ਵੇਖ ਕੇ, ਤੇ ਕਿੰਨੇ ਕੁ ਦਿਨ ਕਾਰੀਗਰ ਬਣੇਗਾ। ਉਸਤਾਦ ਤੋਂ ਬਿਨਾਂ ਨਹੀਂ। ਉਹ ਸਿਆਣਿਆਂ ਦਾ
एक खान है ना, कहते शाह बिन पत्नी ते गुर बिन गतनी। तो ये गल्लां सियाणियां ने गुरमुखां दियां, बजुर्गां दियां। तो इसे तरह साध संगत जी साधु तो बिना भी गुजारा नहीं है। गरीब निवाज समझाते वैन प्रभ क्यों सुख पाई है, दूजी नाही जाय। परमात्मा तो टुटा जीव सुख ही लभी जाता है। सुख शरीर का सुख लभदा है कि सुख मिल जाए, काम करदा है सारा दिन, फिर मन का भी सुख लभदा है कि मन नूं सुकून मिल जाए, टिका आ जाए। पर महाराज कहते ये सुख नहीं मिलना। दूजी ना ही जाए, जिन्ना चिर अंदरों दूज ना गई। दूज का अर्थ हुंदा है साध संगत जी माया का भाव। जिन्ना चिर बेलोड़ा किसी नाल कीता मोह ना गया, जिन्ना चिर कीता किसी नाल बेलोड़ा प्रेम ना गया, जिन्ना चिर बेलोड़ियां खेडां ना अंदरों खत्म होइयां, उन्ना चिर गल नहीं बननी। महाराज कहंदे विण प्रभ क्यों सुख पाई है। परमात्मा तो बिना सुख किवें मिल सकता है। जिन्ना चिर सानू हिरदे च रब ना मिलिया, उन्ना चिर सुख नहीं मिलना। साध संगत जी शरीरक सुख असी देने, असी पता की करते हैं, सोचते हैं नवी गड्डी कढ़ाईए सुख लवांगे। वो किन्ने क दिन सुख रहिंदा है, चंद दिनां दा सुख है। कोई नवी चीज घर दे विच लै आंदी, उहदा सुख चंद दिनां दा है, फिर उसे दुख च गमगीन हो जावांगे। जमीन खरीद लई, वो की साडा दुख मिट गया? दुख नहीं मिटिया। पैसा दुख नहीं, दुख केवल परमात्मा दे मिलाप नाल मिटना है। जिन्ना चिर माया दा मोह खत्म ना होई, झुग्गी च बैठा साधु, झुग्गी च बैठा फकीर पूरे नंद दे विच है, ते कोठी च बैठा अमीर अपने दुखड़े रो रहा है। ये अज दी दशा है। झुग्गी च जिहड़ा बह जांदा है, तन ते कपड़ा नहीं, सिर ते छत नहीं, उहनूं पुछ के वेखो, कहंदा बाबे दी किरपा नज़ारे लैने आ। ते किसे कोठी वाले अमीर नूं पुछ के वेखो, कहंदा बड़ी चाण तंग है, करजा देण वाला है, धी विआउण वाली है। साध संगत जी ये दशा समाज दी है। जेकर असीं मन नूं सुखी कर लिया ना, तां समझ लो सारा कुछ सुखी है। जे मन ही नहीं सैट, ते तन दा जिन्ना मर्जी अमीर कर लो, तन ने अमीरी, तन दी अमीरी सुख नहीं दे सकदी। तो गरीब निवाज समझाउंदे हन, इस करके ये अंदरों नहीं गल बननी। जिनी चाखिया प्रेम रस, से तृप्त रहे आगाए। जिन्हां ने प्रेम दे रस नूं चख लिया, जिनी चाखिया, जिन्हां ने स्वाद नूं चेक कर लिया, प्रेम दे रस नूं चेक कर लिया, से तृप्त रहे, वो तृप्त हो गए, रज गए। उन्होंने अपने आप नूं, जे हुण जिहड़ा रजदे नहीं लोग, क्योंकि उन्होंने प्रेम दे रस नूं चखिया नहीं है, वो केवल संसारी रसां नूं चख रहे ने। साध संगत जी शरीर दे विच इन्ने रसां दे स्वाद ला बैठे हैं। महाराज कहंदे रस सोयना रस रूपा, कामण रस परमल की वास, इते रस शरीर के कह घट नाम निवास। सानू चांदी मिल जे, सानू सोना मिल जे, सानू खाण नू मास मिल जे, भोगण नू इस्त्री मिल जे, धन दौलत मिल जे, ये सारे स्वाद ने। महाराज कहंदे इन्ने रस शरीर नू लाई बैठा है, कह घट नाम निवास। रब दा नाम किसे बसेगा? रब दा नाम वसन नू, अच्छा हुण भांडा ही नहीं खाली, भांडा भरिया होया है, एक बाटा है साडे कोल दुध दा भरिया, पानी दा भरिया, उहदे च कुछ होर चीज पाउणी है। जिन्ना चिर पहली वस्तु अंदर वस्त समावै, दूजी होवे पास। जिहदे चों बेलोड़ियां तंदां स्वाद जुबान दे, शरीर दे रस, सोने गहने दी इच्छा खत्म होगी, तां परमात्मा दा नाम पैना है। जे भांडा सारा इच्छावां नाल भरिया है, ते परमात्मा दा नाम कित्थों पै जाऊगा? महाराज कहंदे इत्ते रस शरीर के कह घट नाम निवास। किहड़ी जगह ते रब दा नाम बसेगा? अंदर ते तू इच्छावां नाल भरिया है, सारा दिन सोचदा आ मिल जे। पर जिन्हां ने प्रेम दा रस चख लिया ना, वो तृप्त हो गए, वो रज गए, उन्हां नूं कोई भी होर चीज नहीं रह गई। आप त्याग बिनती कर है,
ਲੇਹੁ ਪ੍ਰਭੂ ਲੜ ਲਾਏ। ਮਹਾਰਾਜ ਕਹਿੰਦੇ ਆਪਣਾ ਆਪ ਛੱਡ ਦਿੰਦੇ ਨੇ ਉਹ ਲੋਕ, ਤੇ ਗੁਰਮੁਖੋ ਆਪਣਾ ਆਪ ਛੱਡ ਕੇ ਪ੍ਰਮਾਤਮਾ ਦੇ ਅੱਗੇ ਬੇਨਤੀ ਕਰੋ ਕਿ ਪ੍ਰਮਾਤਮਾ ਲੇਹੁ ਪ੍ਰਭੂ ਲੜ ਲਾਏ, ਸਾਨੂੰ ਆਪਣੇ ਲੜ ਲਾ ਲਾ ਪ੍ਰਮਾਤਮਾ। ਆਪਣਾ ਆਪ ਛੱਡਣ ਦਾ ਭਾਵ ਹੈ ਮੇਰਾ ਮੁੰਜ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਆਪਣਾ ਆਪ ਪ੍ਰਮਾਤਮਾ ਦੇ ਅੱਗੇ ਭੇਟ ਕਰ ਦੇਣਾ, ਇਹ ਵਿਚਾਰ ਰੱਖਣੀ ਕਿ ਹੇ ਪ੍ਰਮਾਤਮਾ ਤੇਰਾ ਹੀ ਹੈ ਸਾਰਾ ਕੁਝ, ਤੇਰੇ ਤੋਂ ਬਿਨਾ ਇਹ ਸਰੀਰ ਵੀ ਤੇਰਾ, ਇਹ ਮਨ ਵੀ ਤੇਰਾ, ਸਭੇ ਸਾਰਾ ਕੁਝ ਤੇਰਾ ਹੈ। ਇਸ ਕਰਕੇ ਸਾਧ ਸੰਗਤ ਜੀ ਜਦੋਂ ਸਾਰਾ ਕੁਝ ਵਾਹਿਗੁਰੂ ਦਾ ਸਮਝਾਂਗੇ, ਸਾਰਾ ਕੁਝ ਪ੍ਰਮਾਤਮਾ ਦਾ ਸਮਝਾਂਗੇ ਤਾਂ ਗੱਲ ਬਣਨੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਮਝਾਉਂਦੇ ਆ ਕਿ ਸਿੱਖਾ ਜਿਨੀ ਚਾਖਿਆ ਪ੍ਰੇਮ ਰਸ, ਜਿਨ੍ਹਾਂ ਨੇ ਪ੍ਰੇਮ ਦੇ ਰਸ ਨੂੰ, ਪਿਆਰ ਦੇ ਰਸ ਨੂੰ ਚੱਖ ਲਿਆ, ਉਹੀ ਭਾਈ ਪ੍ਰਮਾਤਮਾ ਨਾਲ ਮੇਲ ਕਰ ਸਕਦੇ ਆ। ਆਪਣਾ ਆਪ ਤਿਆਗ ਕੇ ਰੱਬ ਨੂੰ ਬੇਨਤੀਆਂ ਕਰੀਏ, ਹੇ ਵਾਹਿਗੁਰੂ ਗਲਤੀਆਂ ਮਾਫ ਕਰ। ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਆਗਰੇ 'ਚ ਇੱਕ ਵਾਰ ਸੀਗੇ, ਉੱਥੇ ਇੱਕ ਮੁਸਲਮਾਨ ਕਹਿੰਦਾ ਪ੍ਰਮਾਤਮਾ ਨਾਲ ਪ੍ਰੇਮ ਕਿਵੇਂ, ਰੱਬ ਨਾਲ ਮਿਲਾਪ ਕਿਵੇਂ ਹੋਵੇਗਾ ਗੁਰੂ ਸਾਹਿਬ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਐਬਾਂ ਗੁਨਾਹਾਂ ਨੂੰ ਛੱਡ ਕੇ, ਕੋਈ ਵੀ ਜ਼ਿੰਦਗੀ ਦਾ ਐਬ ਹੈ ਉਹਨੂੰ ਛੱਡ ਕੇ ਪ੍ਰਮਾਤਮਾ ਨਾਲ ਮਿਲਣ ਬਾਬਤ ਪ੍ਰਮਾਤਮਾ ਕੋਲੋਂ ਮਾਫੀਆਂ ਮੰਗਣੀਆਂ ਤੇ ਉਹਦੇ ਅੱਗੇ ਜੋਦੜੀਆਂ ਕਰਨੀਆਂ, ਇਹਦੇ ਨਾਲ ਪ੍ਰਮਾਤਮਾ ਮਿਲੇਗਾ। ਕਹਿੰਦਾ ਮਹਾਰਾਜ ਜਦੋਂ ਲੜ ਲੱਗ ਗਏ, ਜਦੋਂ ਸੱਚੇ ਪਾਤਸ਼ਾਹ ਉਹਦੇ ਪ੍ਰਮਾਤਮਾ ਦੇ ਅੱਗੇ ਐਬ ਗੁਨਾਹ ਕਰਨੇ ਛੱਡ ਦਿੱਤੇ, ਤੇ ਫੇਰ ਵੀ ਉਹਦੇ ਕੋਲ ਮਾਫੀਆਂ ਮੰਗਣ ਦੀ ਕੀ ਲੋੜ ਹੈ? ਫੇਰ ਕੀ ਮਾਫੀਆਂ ਮੰਗਣ ਦੀ ਲੋੜ ਹੈ ਜਦੋਂ ਐਬ ਗੁਨਾਹ ਛੱਡ ਦਿੱਤੇ? ਕਲਗੀਧਰ ਸੱਚੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਅੱਛਾ ਇਹ ਗੱਲ ਹੈ, ਜੇ ਐਬ ਗੁਨਾਹ ਛੱਡਣ ਦੇ ਨਾਲ ਤੈਨੂੰ ਲੱਗਦਾ ਹੈ ਪ੍ਰਮਾਤਮਾ ਮਿਲ ਸਕਦਾ ਹੈ, ਤੂੰ 1 ਮਿੰਟ ਇੱਥੇ 5 ਮਿੰਟ ਬੈਠ ਤੇ 5 ਮਿੰਟਾਂ ਦੇ ਵਿੱਚ ਮੈਨੂੰ ਆਪਣੇ ਮਨ ਨੂੰ ਟਿਕਾ ਕੇ ਦਿਖਾ। ਜੇ ਤੇਰਾ ਮਨ ਟਿਕਦਾ ਹੈ ਤੇ ਅਸੀਂ ਮੰਨ ਲਵਾਂਗੇ ਵੀ ਐਬ ਗੁਨਾਹ ਛੱਡਣ ਨਾਲ ਪ੍ਰਮਾਤਮਾ ਮਿਲਦਾ ਹੈ। ਬੈਠ ਗਿਆ ਮਹਾਰਾਜ ਦੇ ਸਾਹਮਣੇ, ਮਨ ਨੂੰ ਟਿਕਾਉਣ ਲੱਗਾ, ਮਨ ਨਹੀਂ ਟਿਕਿਆ ਉਹਦਾ। ਜਦੋਂ ਮਨ ਟਿਕਿਆ ਨਾ ਤੇ ਮਹਾਰਾਜ ਕਹਿੰਦੇ ਕੀ ਗੱਲ ਹੈ? ਕਹਿੰਦਾ ਮਹਾਰਾਜ ਮਨ ਨਹੀਂ ਟਿਕਦਾ। ਮਹਾਰਾਜ ਕਹਿੰਦੇ ਜਦੋਂ ਪ੍ਰਮਾਤਮਾ ਅੱਗੇ ਤਰਲਾ ਕਰਾਂਗੇ ਨਾ, ਪ੍ਰਮਾਤਮਾ ਅੱਗੇ ਜੋਦੜੀਆਂ ਕਰਾਂਗੇ ਹੱਥ ਜੋੜ ਕੇ, ਹੇ ਗੁਰੂ ਗਰੀਬ ਨਵਾਜ ਕਿਰਪਾ ਕਰ ਦੇ, ਮਹਾਰਾਜ ਭੁੱਲਾਂ ਬਖਸ਼ ਦੇ, ਤਾਂ ਸਾਧ ਸੰਗਤ ਜੀ ਫੇਰ ਉਹ ਪ੍ਰਮਾਤਮਾ ਕਿਰਪਾ ਕਰੇਗਾ। ਕਿਰਪਾ ਦੀ ਕਣੀ ਸਾਡੇ ਤੇ ਪਵੇਗੀ ਤੇ ਸਾਡਾ ਮਨ ਜਿਹੜਾ ਹੈ ਉਹ ਟਿਕਣਾ ਸ਼ੁਰੂ ਹੋਵੇਗਾ, ਤੇ ਇਉਂ ਐਬ ਗੁਨਾਹ ਛੱਡਣ ਦੇ ਨਾਲ ਹੋਰ ਜਲਦੀ ਅਸੀਂ ਪ੍ਰਮਾਤਮਾ ਵੱਲ ਤੇਜ਼ੀ ਨਾਲ ਵਧਾਂਗੇ। ਤੋ ਸਾਧ ਸੰਗਤ ਜੀ ਸਾਨੂੰ ਰੋਜ਼ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ। ਹਰ ਵੇਲੇ ਸਿਮਰਨ ਕਰਦਿਆਂ ਐਬਾਂ ਗੁਨਾਹਾਂ ਨੂੰ ਛੱਡ ਕੇ ਪ੍ਰਮਾਤਮਾ ਅੱਗੇ ਜੋਦੜੀਆਂ ਕਰਨੀਆਂ ਚਾਹੀਦੀਆਂ। ਪ੍ਰਮਾਤਮਾ ਲੇਹੁ ਪ੍ਰਭੂ ਲੜ ਲਾਏ ਗਰੀਬ ਨਵਾਜ, ਸਾਨੂੰ ਆਪਣੇ ਚਰਨੀ ਲਾ ਲਾ। ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ। ਜਿਨ੍ਹਾਂ ਨੂੰ ਹਰੀ ਨੇ ਕੰਤ ਨੇ, ਕੰਤ ਕਹੀਏ ਪਤੀ, ਜਿਹੜਾ ਪ੍ਰਮਾਤਮਾ ਹੈ ਉਹ ਸਾਰਿਆਂ ਦਾ ਪਤੀ ਹੈ, ਬੰਦਿਆਂ ਦਾ ਵੀ ਹੈ, ਬੀਬੀਆਂ ਦਾ ਵੀ ਹੈ। ਪ੍ਰਮਾਤਮਾ ਸਾਰਿਆਂ ਦਾ ਹੀ ਹੈ ਪਤੀ, ਸਭੇ ਕੰਤ ਮਹੇਲੀਆਂ। ਉਹੀ ਬਚਨ ਫੇਰ ਆਉਂਦਾ ਹੈ, ਜਿੰਨੇ ਵੀ ਅਸੀਂ ਸਰੀਰ ਆ ਸਾਰਿਆਂ ਦਾ ਪਤੀ ਪ੍ਰਮਾਤਮਾ ਹੈ। ਤੋ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੂੰ ਕੰਤ ਪ੍ਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ ਨਾ ਇੱਕ ਵਾਰ, ਫਿਰ ਉਹ ਦੁਬਾਰਾ ਵਿਛੜਦੇ ਨਹੀਂ। ਇਹ ਨਹੀਂ ਵੀ ਹੁਣ ਆਪਾਂ ਪ੍ਰਮਾਤਮਾ ਨਾਲ ਮਿਲ ਗਏ ਤੇ 15 ਦਿਨਾਂ ਨੂੰ ਉਹਨੂੰ ਵਿਛੜ ਜਾਵਾਂਗੇ, ਨਹੀਂ ਭਾਈ। ਇਹ ਜ਼ਿਆਦਾਤਰ ਸੰਸਾਰ ਦੇ ਲੋਕ ਪਖੰਡ ਕਰਦੇ ਨੇ। ਅੱਜ ਕੱਲ ਇਹ ਟ੍ਰੈਂਡ ਜਿਹਾ ਚੱਲਦਾ ਹੈ, ਬਾਬਾ ਪਹਿਲਾਂ ਤੇ ਬੜਾ ਫੇਮਸ ਹੋ ਜਾਂਦਾ ਹੈ ਕਿ ਮੇਰਾ ਰੱਬ ਨਾਲ ਸਿੱਧੀ ਤਾਰ ਹੈ, ਤੇ ਬਥੇਰੀਆਂ ਲੋਕ ਵੀ ਉੱਥੇ ਜਾ ਕੇ ਮੱਥੇ ਟੇਕਦੇ ਨੇ ਕਿ ਬਾਬੇ ਦੀ ਬੜੀ ਰੱਬ ਨਾਲ ਬਣਦੀ ਹੈ। ਤੇ ਜਦੋਂ ਕੋਈ ਬਾਬੇ ਦਾ ਐਬ ਬਾਹਰ ਆਉਂਦਾ ਹੈ, ਉਹਦਾ ਕੋਈ ਗੁਨਾਹ ਬਾਹਰ ਆ ਜਾਂਦਾ ਹੈ, ਤੇ ਫਿਰ ਉਹੀ ਸੜਕਾਂ ਤੇ ਧੱਕੇ ਖਾਂਦਾ ਫਿਰਦਾ ਹੈ, ਕੋਈ ਪੁੱਛਦਾ ਨਹੀਂ ਹੈ। ਜਿਹੜਾ ਪ੍ਰਮਾਤਮਾ ਨਾਲ ਮਿਲ ਜਾਂਦਾ ਹੈ ਸਾਧ ਸੰਗਤ ਜੀ, ਉਹਦੇ ਅੰਦਰ ਪਹਿਲੀ ਗੱਲ ਤੇ ਕੋਈ ਐਬ ਨਹੀਂ।
ਦੂਜੀ ਗੱਲ, ਉਹਨੂੰ ਪ੍ਰਮਾਤਮਾ ਨਾਲ ਐਸਾ ਮੇਲ ਹੁੰਦਾ ਹੈ, ਉਹ ਫਿਰ ਡਿੱਗਦਾ ਨਹੀਂ, ਉਹ ਡੋਲਦਾ ਨਹੀਂ, ਉਹ ਦੁਬਾਰਾ ਉਹ ਇੱਕ ਜਗ੍ਹਾ ਤੇ ਸਥਿਰ ਹੋ ਜਾਂਦਾ ਹੈ। ਫਿਰ ਉਹਦਾ ਉਹ ਪ੍ਰਮਾਤਮਾ ਦਾ ਨਾਮ ਉਹਨੂੰ ਉਸੇ ਤਰ੍ਹਾਂ ਹੀ ਕਾਇਮ ਦਾਇਮ ਰੱਖਦਾ ਹੈ। ਉਹਦੀ ਇੱਜ਼ਤ ਪ੍ਰਮਾਤਮਾ ਆਪ ਰੱਖਦਾ ਹੈ। ਨਾਮ ਜਪਣ ਵਾਲੇ ਦੀ ਇੱਜ਼ਤ ਆਪ ਪ੍ਰਮਾਤਮਾ ਕਰਾਉਂਦਾ ਹੈ। ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਉਹ ਛੁਪਿਆ ਨਹੀਂ ਰਹਿਣ ਦਿੰਦਾ, ਉਹਨੂੰ ਉਹਦਾ ਸਤਿਕਾਰ ਵੀ ਕਰਾਉਂਦਾ ਹੈ। ਮਹਾਰਾਜ ਕਹਿੰਦੇ ਇਸ ਕਰਕੇ ਜਿਹੜਾ ਉਹਦੇ ਨਾਲ ਮਿਲ ਜਾਂਦਾ ਹੈ ਉਹ ਦੁਬਾਰਾ ਵਿਛੜਦਾ ਨਹੀਂ ਹੈ। ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰਿ ਸਰਣਾਏ। ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ ਇਸ ਧਰਤੀ ਤੇ। ਇਸ ਕਰਕੇ ਸਾਨੂੰ ਹਰੀ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਰਹਿਣਾ ਚਾਹੀਦਾ ਹੈ। ਧਰਮ ਦੁਨੀਆ ਤੇ ਬਥੇਰੇ ਚੱਲਦੇ ਨੇ, ਈਸਾਈ ਹੈ, ਜੈਨ ਹੈ, ਬੁੱਧ ਹੈ, ਮੁਸਲਮਾਨ ਹੈ, ਹਿੰਦੂ ਹੈ। 300 ਦੇ ਕਰੀਬ ਸੰਸਾਰ ਤੇ ਧਰਮ ਚੱਲਦੇ ਨੇ। ਆਪਣੇ ਇੱਥੇ ਆਪਾਂ ਥੋੜੇ ਜਿਹਾ ਨੂੰ ਜਾਣਦੇ ਹਾਂ, ਪਰ ਸਾਧ ਸੰਗਤ ਜੀ ਉਹ ਪ੍ਰਮਾਤਮਾ ਸਾਰਿਆਂ ਵਾਸਤੇ ਇੱਕ ਹੈ। ਸਿੱਖਾਂ ਵਾਸਤੇ ਵੀ ਉਹ ਹੈ, ਅਸੀਂ ਉਹਨੂੰ ਵਾਹਿਗੁਰੂ ਕਹਿੰਦੇ ਹਾਂ। ਮੁਸਲਮਾਨ ਵੀਰ ਖੁਦਾ ਕਹਿੰਦੇ ਨੇ, ਹਿੰਦੂ ਭਗਵਾਨ ਕਹਿੰਦੇ ਨੇ, ਈਸਾਈ ਪ੍ਰਭੂ ਕਹਿੰਦੇ ਨੇ। ਤੋ ਇਸੇ ਤਰ੍ਹਾਂ ਅਲੱਗ-ਅਲੱਗ ਨਾਮਾਂ ਨਾਲ ਉਹਨੂੰ ਜਾਣਦੇ ਹਾਂ, ਪਰ ਹੈ ਉਹ ਇੱਕ ਹੀ। ਇਸ ਕਰਕੇ ਸਾਨੂੰ ਉਹ ਇੱਕ ਦੀ ਬੰਦਗੀ ਕਰਨੀ ਚਾਹੀਦੀ ਹੈ। ਉਹਦੇ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ ਹੈ। ਮਹਾਰਾਜ ਕਹਿੰਦੇ ਉਹਦੀ ਸ਼ਰਨ 'ਚ ਰਹਿਣਾ ਹੈ। ਕਿਸੇ ਹੋਰ ਦੀ ਸ਼ਰਨ ਤੱਕਣ ਦੀ ਬਜਾਏ ਉਸ ਇੱਕ ਦੀ ਸ਼ਰਨ ਤੱਕੀਏ। ਸਾਧ ਸੰਗਤ ਜੀ, ਬਹੁਤ ਲੋਕ ਹੋਰਨਾਂ ਚੀਜ਼ਾਂ ਦਾ ਪ੍ਰਚਾਰ ਕਰਦੇ ਨੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੇਵਲ ਉਸ ਇੱਕ ਦਾ ਹੀ ਪ੍ਰਚਾਰ ਕਰਦੇ ਨੇ। ਦੁਨੀਆ ਦੇ ਹੋਰ ਧਰਮ ਇੱਕ ਤੋਂ ਸ਼ੁਰੂ ਨਹੀਂ ਹੁੰਦੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਇੱਕ ਤੋਂ ਸ਼ੁਰੂ ਹੁੰਦੀ ਹੈ। ਉਸ ਇੱਕ ਤੋਂ ਜਿਹਦਾ ਹੋਰ ਕੋਈ ਅਰਥ ਨਹੀਂ, ਕੇਵਲ ਜਿਹਦਾ ਅਰਥ ਇੱਕੋ ਹੀ ਹੈ ਕਿ ਪ੍ਰਮਾਤਮਾ ਇੱਕ ਹੈ। ਤੋ ਇਸ ਕਰਕੇ ਅੱਗੋਂ ਜੋ ਮਰਜ਼ੀ ਪ੍ਰਚਾਰਕ ਜੋ ਮਰਜ਼ੀ ਕਰੀ ਜਾਣ, ਪਰ ਪ੍ਰਮਾਤਮਾ ਇੱਕ ਹੈ, ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੱਸਦੇ ਨੇ। ਤੋ ਇੱਕੇ ਦੀ ਆਰਾਧਨਾ ਕਰਨੀ ਹੈ। ਉਹਦੇ ਤੋਂ ਬਿਨਾਂ ਹੋਰ ਕਿਸੇ ਦੀ ਸ਼ਰਨ 'ਚ ਨਹੀਂ ਜਾਣਾ, ਹੋਰ ਕਿਸੇ ਅੱਗੇ ਝੁਕਣ ਦੀ ਵੀ ਲੋੜ ਨਹੀਂ। ਅਸੂ ਸੁਖੀ ਵਸੰਦੀਆ, ਜਿਨਾ ਮਿਆ ਹਰਿ ਰਾਏ। ਅਸੂ ਦੇ ਮਹੀਨੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਉਪਦੇਸ਼ ਬਖਸ਼ਦੇ ਹਨ। ਮਹਾਰਾਜ ਕਹਿੰਦੇ ਅਸੂ ਦੇ ਮਹੀਨੇ ਦੇ ਵਿੱਚ ਉਹ ਜੀਵ ਰੂਪ ਇਸਤਰੀਆਂ, ਉਹ ਗੁਰਮੁਖ ਸੁਖੀ ਵਸਦੇ ਹਨ, ਜਿਨ੍ਹਾਂ ਦੇ ਉੱਤੇ ਪ੍ਰਮਾਤਮਾ ਦੀ ਇਹ ਕਿਰਪਾ ਹੋ ਜਾਂਦੀ, ਜਿਨ੍ਹਾਂ ਨੂੰ ਨਾਮ ਮਿਲ ਜਾਂਦਾ ਹੈ, ਜਿਨ੍ਹਾਂ ਦੇ ਅੰਦਰ ਨਾਮ ਪ੍ਰਗਟ ਹੋ ਜਾਂਦਾ ਹੈ। ਇਹ ਨਵਾਂ ਇੱਕ ਟ੍ਰੈਂਡ ਜਿਹਾ ਚੱਲਦਾ ਹੁਣ, ਨਾਮ ਦੇਣ ਦਾ ਵੀ ਬਾਬਿਆਂ ਦਾ ਚੱਲਦਾ ਹੈ। ਉਹ ਨਾਮ ਨਹੀਂ ਵੀ ਨਾਮ ਕਿਸੇ ਨੇ ਲੈ ਲਿਆ ਕਿਸੇ ਬਾਬੇ ਕੋਲੋਂ ਤੇ ਸ਼ਾਇਦ ਉਹ ਸੁਖੀ ਵਸੇਗਾ ਨਾ। ਨਾਮ ਦਾ ਅਰਥ ਹੈ ਸਾਧ ਸੰਗਤ ਜੀ ਆਪਣੇ ਅੰਦਰੋਂ ਪ੍ਰਗਟ ਹੋ ਜਾਣਾ, ਪਰਮਾਤਮਾ ਦਾ ਨਾਮ ਹਿਰਦੇ ਚੋਂ ਪ੍ਰਗਟ ਹੋਣਾ। ਜਿਵੇਂ ਸਾਧ ਸੰਗਤ ਦੀ ਪਰਾ ਬੈਖਰੀ ਬਸੰਤੀ ਦੁਆਰਾ ਨਾਭੀ ਤੱਕ ਨਾਮ ਪਹੁੰਚਦਾ ਹੈ। ਇਹ ਚੀਜ਼ ਪਹਿਲਾਂ ਅਸੀਂ ਜ਼ੁਬਾਨ ਨਾਲ ਜਪਦੇ ਹਾਂ, ਜ਼ੁਬਾਨ ਨਾਲ ਜਪਦਿਆਂ ਉਹ ਗਲੇ 'ਚ ਬੈਖਰੀ 'ਚ ਜਾਂਦਾ ਹੈ, ਫਿਰ ਮੱਧਮਾਂ 'ਚ ਤੇ ਫਿਰ ਨਾਭੀ 'ਚ ਬਸੰਤੀ 'ਚ ਜਾਂਦਾ ਹੈ। ਜਦੋਂ ਅੰਦਰੋਂ ਨਾਮ ਪ੍ਰਗਟ ਹੋ ਜਾਂਦਾ, ਫਿਰ ਸੌਂ ਜਾਵੇ ਬੰਦਾ ਖਾਈ ਜਾਵੇ, ਬੰਦਾ ਕੰਮ ਕਰੀ ਜਾਵੇ, ਉਹ ਕੁਦਰਤੀ ਨਾਮ ਚੱਲਦਾ ਰਹਿੰਦਾ। ਉਸ ਨਾਮ ਨੂੰ ਮਹਾਰਾਜ ਕਹਿੰਦੇ ਨੇ, ਉਹ ਨਾਮ ਜਿਸ ਨਾਮ ਨਾਲ ਅਸੀਂ ਜ਼ੁਬਾਨ ਦੁਆਰਾ ਜਪਿਆ ਹੋਵੇ ਉਹੀ ਨਾਮ ਬਾਅਦ 'ਚ ਚੱਲਦਾ ਰਹਿੰਦਾ। ਤੋ ਗਰੀਬ ਨਵਾਜ ਸਾਨੂੰ ਸਮਝਾਉਂਦੇ ਹਨ, ਭਾਈ ਅਸੂ ਸੁਖੀ ਵਸੰਦੀਆ। ਇਹ ਮਹੀਨਾ ਜਿਹੜਾ ਚੜਿਆ ਹੈ, ਇਸ ਮਹੀਨੇ ਦੇ ਵਿੱਚ ਉਹ ਜੀਵ ਰੂਪ ਇਸਤਰੀਆਂ ਸੁਖੀ ਵਸਣਗੀਆਂ, ਜਿਨ੍ਹਾਂ ਨੇ ਤੇ ਪ੍ਰਮਾਤਮਾ ਨੇ ਕਿਰਪਾ ਕਰਕੇ ਨਾਮ ਦੀ ਦਾਤ ਦੇ ਦਿੱਤੀ, ਜਿਨ੍ਹਾਂ ਤੇ ਰਹਿਮਤ ਕਰਕੇ ਜਿਨ੍ਹਾਂ ਨੂੰ ਬਖਸ਼ ਦਿੱਤਾ, ਇਹ ਤਰੁੱਠ ਕੇ ਜਿਨ੍ਹਾਂ ਤੇ ਰਹਿਮਤ ਕਰ ਦਿੱਤੀ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਵਿਚਾਰਾਂ ਹਿਰਦੇ 'ਚ ਵਸ ਜਾਣ, ਲੋਕ ਸੁਖੀਏ ਪਰਲੋਕ ਸੁਹੇਲਾ ਹੋਵੇ। ਸੰਗਤ ਦੇ ਚਰਨ ਪਰਸਦਿਆਂ ਹੋਈਆਂ ਭੁੱਲਾਂ ਦੀ ਖਿਮਾ, ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਦੇਹੁ ਸੱਜਣ ਆਸੀਸੜੀਆ, ਜੋ ਹੋਵੇ ਸਾਹਿਬ ਸਿਉ ਮੇਲ। ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰਿ ਸਰਣਾਏ। ਅਸੂ ਸੁਖੀ ਵਸੰਦੀਆ, ਜਿਨਾ ਮਿਆ ਹਰਿ ਰਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।